ਬਿਲਾਵਲ ਮਹੱਲਾ ਚੌਥਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰ ਧਾਰਿਆ। ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੁ ਅਤੁਲ ਤੂੰ, ਤੇਰਾ ਅੰਤ ਨ ਪਾਰਾ ਵਾਰਿਆ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅੰਮ੍ਰਿਤ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਐਸੀ ਦੀਨ ਦਿਆਲ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਸੁਖਮਨਾ ਸਾਹਿਬ ਜੀ ਦੀ ਬਾਣੀ ਵਿੱਚ ਬਿਲਾਵਲ ਰਾਗ ਦੇ ਅੰਦਰ ਪੰਜਵੀਂ ਅਸ਼ਟਪਦੀ ਉਚਾਰਨ ਕਰਕੇ ਜੋਗੀ ਵੈਦ ਤੇ ਸੰਨਿਆਸੀ ਵੈਦ ਉਹਨਾਂ ਦੇ ਪ੍ਰਥਾਏ ਉਪਦੇਸ਼ ਬਖਸ਼ਦੇ ਨੇ ਬ੍ਰਹਮ ਗਿਆਨ ਦਾ, ਬੜੇ ਪਿਆਰ ਦਾ। ਆਓ ਸਰਵਣ ਕਰੋ ਜੀ। ਅੰਤਰ ਪਿਆਸ ਉਠੀ ਪ੍ਰਭ ਕੇਰੀ। ਇਹ ਭਾਈ ਮੇਰੇ ਦੇ ਅੰਦਰ ਪਰਮਾਤਮਾ ਦੀ ਮਿਲਣ ਦੀ ਬਹੁਤ ਜ਼ਿਆਦਾ ਪਿਆਸ ਉੱਠ ਪਈ ਹੈ। ਗੁਰ ਬਚਨ ਮਨ ਤੀਰ ਗਈਆ। ਜਦ ਮੈਂ ਸਤਿਗੁਰਾਂ ਦੇ ਬਚਨ ਸੁਣੇ ਨੇ, ਸ਼ਬਦ ਕੀਰਤਨ ਸੁਣਿਆ ਹੈ, ਗੁਰੂ ਸਾਹਿਬ ਦੀ ਬਾਣੀ ਸੁਣੀ ਹੈ, ਮਹਾਰਾਜ ਦੇ ਬਚਨ ਸੁਣੇ ਨੇ, ਤਾਂ ਮੇਰੇ ਹਿਰਦੇ ਵਿੱਚ ਪ੍ਰੇਮ ਦੇ ਤੀਰ ਲੱਗੇ ਹਨ। ਪ੍ਰਭੂ ਦੇ ਪ੍ਰੇਮ ਦੇ। ਹਰ ਪ੍ਰੇਮ ਬਾਣੀ ਮਨ ਮਾਰਿਆ। ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਫਿਰ ਪਰਮ ਕੀ ਸੋ ਜਾਣ ਜਰੀਆ। ਜੀਵਨ ਮੁਕਤ ਸੁਖੀਐ, ਮਰ ਜੀਵੈ ਮਰੀਆ। ਜਨ ਨਾਨਕ ਸਤਿਗੁਰ ਇਲਹਾਰ, ਜਗਤ ਉਤਰ ਤਰੀਆ। ਅਣਿਆਲੇ ਤੀਰ ਉਹ ਹੁੰਦੇ ਨੇ ਜਿਹੜੇ ਅੱਗੋਂ ਤਾਂ ਤਿੱਖੇ ਹੁੰਦੇ ਨੇ, ਤੇ ਜਿਹੜੀ ਅਗਲੀ ਲੋਕ ਹੈ ਤਿੱਖੀ ਹੋਣ ਕਰਕੇ ਅੰਦਰ ਧਸ ਜਾਂਦੀ ਹੈ, ਪਰ ਜਦ ਬਾਹਰ ਖਿੱਚਦੇ ਨੇ ਤੇ ਪਿਛਲੇ ਪਾਸੇ ਤੋਂ ਕੁੰਡੀਆਂ ਮੁੜੀਆਂ ਹੋਈਆਂ ਨੇ, ਉਹ ਬੜੀਆਂ ਤਿੱਖੀਆਂ ਹੁੰਦੀਆਂ, ਉਹ ਨਾਲ ਹੀ ਮਾਸ ਦਾ ਰੁੱਗ ਭਰ ਕੇ ਲੈ ਆਉਂਦੀਆਂ। ਉਹ ਤੀਰ ਬੰਦੇ ਨੂੰ ਜਿਉਂਦਾ ਨਹੀਂ ਛੱਡਦੇ, ਮਾਰ ਹੀ ਸੁੱਟਦੇ ਹਨ। ਉਹਨੂੰ ਅਣਿਆਲੇ ਤੀਰ ਕਹਿੰਦੇ ਨੇ, ਪਿੱਛੋਂ ਦੀ ਕੁੰਡੀਆਂ ਮੁੜੀਆਂ ਵਾਲੇ। ਤੋ ਇੰਝ ਜਦ ਮਹਾਰਾਜ ਨੇ ਮੈਨੂੰ ਬਾਣੀ ਸੁਣਾਈ, ਆਪ ਦੇ ਬਚਨ ਸੁਣਾਏ, ਤਾਂ ਅਣਿਆਲੇ ਤੀਰ ਮੇਰੇ ਹਿਰਦੇ 'ਚ ਐਸੇ ਲੱਗੇ ਨੇ, ਮੇਰਾ ਹਿਰਦਾ ਮੰਨਿਆ ਗਿਆ। ਹੁਣ ਮੈਂ ਕਾਸੇ ਜੋਗਾ ਨਹੀਂ ਰਿਹਾ, ਸਵਾਏ ਗੁਰਦੁਆਰੇ ਤੋਂ, ਗੁਰੂ ਘਰ ਤੋਂ ਬਗੈਰ ਤਾਂ ਦਿਲ ਹੀ ਨਹੀਂ ਲੱਗਦਾ। ਸੇਵਾ ਤੇ ਸਿਮਰਨ ਦੇ ਵਿੱਚ ਹੀ ਚਿੱਤ ਜੁੜਿਆ ਹੋਇਆ ਹੈ। ਮਾਤਾ ਜੀ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਕੇ ਲਾਹੌਰ ਚੂਨਾ ਮੰਡੀ ਗ੍ਰਹਿ ਕੇ ਲਿਆਏ ਨੇ, ਤੇ ਮਨ ਗੁਰੂ ਰਾਮਦਾਸ ਜੀ ਹੈ। ਤੋ ਇਸ ਤਰ੍ਹਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਓ, ਮੇਰੇ ਹਿਰਦੇ ਵਿੱਚ ਦਰਸ਼ਨ ਪਿਆਸੀ ਦਿਨ ਰਾਤ, ਚਿਤਵੋਂ ਅਨੁਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇਹ ਪਾਤਸ਼ਾਹ ਤੇਰੇ ਦਰਸ਼ਨਾਂ ਦੀ ਬੜੀ ਤੇਜ਼ ਪਿਆਸ ਲੱਗੀ ਹੋਈ ਹੈ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਜੀਅ ਕੀ ਰਾਤੇ ਪ੍ਰੀਤਮ ਪ੍ਰਭ ਮੇਰੇ, ਮਨ ਚੀਵੈ ਪ੍ਰਭ ਨਾਮ ਚ ਤੇਰੇ। ਮਨ ਕੀ ਬਿਰਥਾ ਮਨ ਹੀ ਜਾਣੈ। ਇਹ ਭਾਈ ਮੇਰੇ ਮਨ ਦੀ ਜੋ ਬਿਰਥਾ ਪੀੜਾ ਹੈ, ਉਸ ਹਾਲਤ ਨੂੰ ਮਨ ਹੀ ਜਾਣਦਾ ਹੈ, ਜਾਂ ਮਨ ਦੀ ਜਾਣਨ ਵਾਲੇ ਗੁਰੂ ਸਾਹਿਬ ਜੀ ਜਾਣਦੇ ਹਨ। ਅਵਰ ਕੇ ਜਾਣੈ ਕੋ ਪੀਰ ਪਰਈਆ। ਹੋਰ ਕੋਈ ਪਰਾਈ ਪੀੜਾ ਅੰਦਰੋਂ ਭਲਾ ਕੀ ਜਾਣ ਸਕਦਾ, ਭਾਵ ਨਹੀਂ ਜਾਣ ਸਕਦਾ ਹੈ। ਰਾਮ ਗੁਰ ਮੋਹਨ
ਮੋਹਿ ਮਨ ਲਈਆ। ਇਹ ਭਾਈ ਮੋਹ ਲੈਣ ਵਾਲੇ ਸਤਿਗੁਰਾਂ ਨੇ ਮੇਰਾ ਮਨ ਮੋਹਿਤ ਕਰ ਲਿਆ ਹੈ। ਹਉ ਅਕਲ ਬਿਕਲ ਭਈ ਗੁਰ ਦੇਖੇ। ਇਹ ਭਾਈ ਗੁਰੂ ਦੇ ਦਰਸ਼ਨ ਦੇਖ ਕੇ ਮੈਂ ਸੰਸਾਰ ਦੀ ਅਕਲ ਚਤਰਾਈ ਵੱਲੋਂ ਵਿਆਕੁਲ ਹੋ ਗਈ ਹਾਂ। ਹਉ ਲੋਟ ਪੋਟ ਹੋਏ ਪਈਆ। ਤੇ ਮੈਂ ਮੂਰਛਤ ਬੇਸ਼ੁੱਧ ਜਿਹੀ ਹੋਈ ਪਈ ਹਾਂ। ਭਾਵ ਪ੍ਰੇਮ ਦੇ ਵਿੱਚ ਅਸਤ ਵਿਅਸਤ ਹੋਈ ਪਈ ਹਾਂ। ਹਉ ਨਿਰਖ ਰਹਾਉ। ਇੱਥੇ ਗੁਰੂ ਸਾਹਿਬ ਜੀ ਵਿਸ਼ਰਾਮ ਦਿੰਦੇ ਹਨ। ਹਉ ਨਿਰਖਤ ਫਿਰੋ ਸਮ ਦੇਸ ਦੇ ਸੰਤਰ। ਮੈਂ ਸਾਰੇ ਦੇਸ਼ਾਂ ਦੇ ਹੋਰਨਾਂ ਦੇਸ਼ਾਂ ਦੇ ਵਿੱਚ ਸਭ ਥਾਈਂ ਵੇਖਦੀ ਫਿਰਦੀ ਹਾਂ। ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ। ਕਿਉਂਕਿ ਮੇਰੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਵੇਖਣ ਦਾ ਬਹੁਤ ਚਾਅ ਉਤਸ਼ਾਹ ਹੈ। ਮਨ ਤਨ ਕਾਟ ਦਿਓ ਗੁਰ ਆਗੈ। ਹੇ ਸਖੀ ਮੈਂ ਆਪਣੇ ਮਨ ਦਾ ਮਾਣ ਤੇ ਤਨ ਦਾ ਤਾਣ ਕੱਟ ਕੇ ਗੁਰੂ ਦੇ ਅੱਗੇ ਭੇਟਾ ਦੇਣਾ ਕਰਦੀ ਹਾਂ। ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ। ਜਿਸ ਗੁਰੂ ਨੇ ਸਾਰੇ ਰਸਤਿਆਂ ਵਿੱਚੋਂ ਹਰੇ ਭਰੇ ਕਰਨ ਵਾਲੇ ਪਰਮਾਤਮਾ ਦਾ ਭਗਤੀ ਸਹਿਤ ਗਿਆਨ ਦਾ ਰਸਤਾ ਵਿਖਾਉਣਾ ਕੀਤਾ ਹੈ। ਮਹਾਰਾਜ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਬਾਈਐ। ਇਹ ਗੁਰੂ ਅਮਰਦਾਸ ਮਹਾਰਾਜ ਦਾ ਆਨੰਦ ਸਾਹਿਬ ਦੇ ਵਿੱਚ ਹੁਕਮ ਹੈ। ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ। ਆਪਾਂ ਸੋ ਵੈਸੇ ਬਿੰਦੀ ਸਲਿਮ ਜਿਹੀ ਤਾਂ ਲਾ ਸਕਦੇ ਹਾਂ ਪਰ ਟਿੱਪੀ ਨਹੀਂ ਲਾ ਸਕਦੇ। ਇੱਥੇ ਸੱਸੇ ਉੱਪਰ ਟਿੱਪੀ ਨਹੀਂ ਹੈ, ਇਸ ਲਈ ਸੰਦੇਸਾ ਪੜ੍ਹਨਾ ਬਣਦਾ ਹੈ। ਇਹ ਸਗੀ ਮੈਨੂੰ ਆ ਕੇ ਪਰਮਾਤਮਾ ਦਾ ਕੋਈ ਸੰਦੇਸਾ ਸੁਨੇਹਾ ਦੇਣਾ ਕਰੇ। ਹਿਰਦੇ ਅੰਤਰ ਮਨ ਤਨ ਮੀਠ ਲਗਈਆ। ਉਹ ਮੇਰੇ ਹਿਰਦੇ ਵਿੱਚ ਮਨ ਕਰਕੇ ਤਨ ਕਰਕੇ ਮਿੱਠਾ ਪਿਆਰਾ ਲੱਗਦਾ ਹੈ। ਮਸਤਕ ਕਾਟ ਦਿਓ ਚਰਣਾ ਤਲ। ਇਹ ਸਖੀ ਮੈਂ ਆਪਣਾ ਮੱਥਾ ਹੰਕਾਰ ਰੂਪੀ ਸਿਰ ਕੱਟ ਕੇ ਉਹਦੇ ਚਰਨਾਂ ਦੇ ਹੇਠ ਦੇ ਦੇਵਾਂ। ਭਾਵ ਹੰਕਾਰ ਦੀ ਨਿਮਰਤੀ ਕਰਕੇ ਅਤਿਅੰਤ ਨਿਮਰਤਾਵਾਨ ਹੋਵਾਂ। ਜੋ ਹਰ ਪ੍ਰਭ ਮੇਲੇ ਮੇਲ ਮਲਈਆ। ਜੋ ਮੈਨੂੰ ਸਤਸੰਗ ਦੇ ਮੇਲ ਚ ਮਿਲਾ ਕੇ ਹਰੀ ਭਰੀ ਕਰਨ ਵਾਲੇ ਹਰੀ ਪ੍ਰਮਾਤਮਾ ਨਾਲ ਮੇਲ ਦੇਵੇ। ਚਲ ਚਲ ਸਖੀ ਹਮ ਪ੍ਰਭ ਪਰ ਬੋਧਾ ਹੈ। ਇਹ ਸਖੀ ਚੱਲ ਚੱਲੀਏ ਕਿੱਥੇ? ਅਸਾਂ ਨੂੰ ਗੁਰੂ ਪਰਮਾਤਮਾ ਦੇ ਵਿਸ਼ੇਸ਼ ਕਰਕੇ ਸੋ ਮਹਾਰਾਜ ਜੀ ਜਿਹੜੇ ਸਤਿਗੁਰੂ ਜੀ ਨੇ ਉਹ ਗਿਆਨ ਦੱਸਦੇ ਨੇ ਤੇ ਚੱਲ ਜਾ ਕੇ ਗਿਆਨ ਲੈਣ ਚੱਲੀਏ ਗੁਰਦੁਆਰਾ ਸਾਹਿਬ। ਕਿਉਂਕਿ ਗੁਰੂ ਸਾਹਿਬ ਤਾਂ ਗੁਰਦੁਆਰਾ ਹੀ ਗਿਆਨ ਬਖਸ਼ਦੇ ਹਨ। ਭਾਵੇਂ ਘਰ ਦੇ ਵਿੱਚ ਵੀ ਆਪਾਂ ਨਿਤਨੇਮ ਕਰ ਸਕਦੇ ਹਾਂ ਪਰ ਗੁਰੂ ਦੇ ਦਰਸ਼ਨ ਤਾਂ ਗੁਰਦੁਆਰੇ ਹੀ ਹੋਣਗੇ। ਤੋ ਇਸ ਵਾਸਤੇ ਜਿੱਥੇ ਮਹਾਰਾਜ ਗਿਆਨ ਵੰਡਦੇ ਪਏ ਨੇ ਸੱਚਖੰਡ ਹਰਿਮੰਦਰ ਸਾਹਿਬ 24 ਘੰਟਿਆਂ 'ਚੋਂ ਮਸਾਂ ਹੀ 2 ਘੰਟੇ ਕੀਰਤਨ ਬੰਦ ਹੁੰਦਾ ਹੋਊਗਾ ਅਤੇ ਉਹ ਵੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੇਵਾਦਾਰ ਸੇਵਾ ਨਿਭਾਉਂਦੇ ਰਹਿੰਦੇ ਹਨ। ਸਫਾਈ ਕਰਨ ਵਾਸਤੇ ਹੀ ਕੀਰਤਨ ਬੰਦ ਹੁੰਦਾ। ਤੋ ਇਹੋ ਜਿਹੀ ਜਗ੍ਹਾ 'ਤੇ ਚੱਲੀਏ। ਆ ਹੁਣ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਲੱਗਾ ਹੋਇਆ ਹੈ। ਥਾਂ ਥਾਂ 'ਤੇ ਸੰਤਾਂ ਨੇ ਮਹਾਂਪੁਰਖਾਂ ਨੇ ਸੰਸਥਾਵਾਂ ਨੇ ਦੀਵਾਨ ਸਜਾਏ ਹੋਏ ਹਨ ਕਿ ਸੰਗਤਾਂ ਨੂੰ ਕੁਛ ਗੁਰ ਇਤਿਹਾਸ ਦੀ ਗੁਰਬਾਣੀ ਦੀ ਸੋਝੀ ਆਏ। ਚੱਲ ਕਿਤੇ ਇਹੋ ਜਿਹੀ ਜਗ੍ਹਾ 'ਤੇ ਚੱਲੀਏ ਜਿੱਥੇ ਸਾਨੂੰ ਵਿਸ਼ੇਸ਼ ਕਰਕੇ ਪਰਮਾਤਮਾ ਦੇ ਗਿਆਨ ਦੀ ਸਮਝ ਆਏ। ਜਿੱਥੇ ਗੁਰੂ ਸਾਹਿਬ ਜੀ ਦੱਸਦੇ ਪਏ ਨੇ ਗੁਣ ਕਾ ਮਨ ਕਰ ਹਰ ਪ੍ਰਭ ਲਹੀਆ। ਮਹਾਰਾਜ ਦੱਸਦੇ ਕਿ ਸ਼ੁਭ ਗੁਣਾ ਰੂਪੀ ਟੂਣਾ ਕਰਕੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਪ੍ਰਤੀ ਨੂੰ ਪ੍ਰਾਪਤ ਕਰ ਲਈਦਾ ਹੈ।
ਜਿਸ ਤਰ੍ਹਾਂ ਫਰੀਦ ਬਾਬੇ ਕੋਲ ਇੱਕ ਭੈਣ ਨੇ ਆ ਕੇ ਪੁੱਛਿਆ, ਇਹ ਬਾਬਾ ਜੀ ਮੈਨੂੰ ਕੋਈ ਜਾਦੂ ਟੂਣਾ ਦੱਸੋ। ਮੁਸਲਮਾਨ ਕਾਲੇ ਇਲਮ ਦੇ ਬੜੇ ਮਾਹਰ ਹੁੰਦੇ ਨੇ। ਅਖਬਾਰਾਂ ਦੇ ਵਿੱਚ, ਫੋਨਾਂ ਦੇ ਉੱਪਰ, ਕੰਧਾਂ 'ਤੇ ਐਡਾਂ ਤੁਸੀਂ ਲਿਖੀਆਂ ਹੋਣਗੀਆਂ ਕਿ ਪ੍ਰੇਮ ਦੇ ਵਿੱਚ ਸਫਲਤਾ ਮਿਲੇਗੀ, ਮਨ ਚਾਹੁੰਦਾ ਰਿਸ਼ਤਾ ਤੁਹਾਨੂੰ ਮਿਲੇਗਾ, ਪੈਸਾ, ਵੀਜ਼ਾ, ਬੜਾ ਕੁਝ ਲਿਖਿਆ ਹੁੰਦਾ। ਸਾਡੇ ਕੋਲ ਆਓ, ਸਾਡੇ ਜਾਦੂ ਨੂੰ ਕੋਈ ਕਾਟ ਨਹੀਂ ਕਰ ਸਕਦਾ। ਇਉਂ ਲੋਕਾਂ ਦਾ ਸੁਭਾਅ ਹੈ ਵੀ ਜਾਦੂ ਬਾਬਾ ਜੀ ਮਾਰ ਦੇਵੇ ਅਤੇ ਸਾਨੂੰ ਸਭ ਕੁਝ ਹੀ ਮਿਲ ਜਾਏ। ਜਦ ਬਾਬੇ ਫਰੀਦ ਨੂੰ ਭੈਣ ਨੇ ਆਖਿਆ ਵੀ ਕੋਈ ਜਾਦੂ ਦੱਸੋ ਬਾਬਾ ਜੀ, ਮੇਰਾ ਘਰ ਵਾਲਾ ਮੇਰੇ ਆਖੇ ਨਹੀਂ ਲੱਗਦਾ, ਤੋ ਜਿਸ ਕਰਕੇ ਉਹ ਮੇਰੇ ਨਾਲ ਲਗਾਵ ਕਰੇ। ਕਮਨ ਸੋ ਅੱਖਰ, ਅੱਖਰ ਹੁੰਦੇ ਨੇ ਜੰਤਰ ਦੇ, ਜਿਹੜੇ ਤਵੀਤ ਜੇ ਬਣਾ ਕੇ ਦਿੰਦੇ ਨੇ ਕਾਗਜ਼ 'ਤੇ ਲਿਖ ਕੇ, ਉਹ ਖਾਨੇ ਜੇ ਬਣਾਏ ਹੋਣਗੇ, ਵਿੱਚ ਊੜਾ ਆੜਾ 'ਚ ਲਿਖਿਆ ਹੋਊਗਾ। ਕਮਨ ਸੋ ਅੱਖਰ, ਉਹ ਜੰਤਰ ਦੇ ਅੱਖਰ ਕਿਹੜੇ ਨੇ ਇਹ ਬਾਬਾ ਜੀ? ਕਮਨ ਸੋ ਅੱਖਰ ਕਮਨ ਗੁਣ, ਉਹ ਗੁਣ ਕਿਹੜੇ ਨੇ? ਕਮਨ ਸੋ ਮਣੀਆ ਮੰਤ, ਕਿਹੜਾ ਮੰਤਰ ਮੈਂ ਮਾਰਾਂ? ਕਮਨ ਸੋ ਵੇਸੋ ਹੋ ਕਰੀ, ਕਿਹੜੇ ਰੰਗ ਦੇ ਕੱਪੜੇ ਪਾਵਾਂ ਅਤੇ ਕਿਹੜਾ ਮੈਂ ਫੈਸ਼ਨ ਕਰਾਂ? ਜਿਤ ਵਸ ਆਵੇ ਕੰਤ, ਜਿਹਦੇ ਵੱਲ ਵੇਖ ਕੇ ਮੇਰਾ ਪਤੀ ਮੇਰੇ ਵੱਸ ਵਿੱਚ ਆ ਜਾਏ, ਤੂੰ ਮੇਰੇ ਆਖੇ ਲੱਗੇ। ਅਤੇ ਬਾਬਾ ਜੀ ਕਹਿੰਦੇ, ਆ ਮੇਰੀ ਭੈਣੇ ਮੈਂ ਤੁਹਾਨੂੰ ਦੱਸਦਾ ਹਾਂ। ਨਿਮਨ ਸੋ ਅੱਖਰ, ਜਿਹੜਾ ਆਪਦੇ ਪਤੀ ਅੱਗੇ ਸਿਰ ਨਿਵਾ ਕੇ 7 ਬਚਨ ਕਹਿਣਾ ਹੈ, ਆਗਿਆ ਦੇ ਵਿੱਚ ਰਹਿਣਾ ਹੈ, ਨਿਮਰਤਾ ਦੇ ਵਿੱਚ ਰਹਿਣਾ ਹੈ, ਇਹ ਸਭ ਤੋਂ ਵੱਡੇ ਜੰਤਰ ਦੇ ਅੱਖਰ ਨੇ। ਲਿਖ ਕੇ ਲੈ ਜਾ ਇੱਥੋਂ, ਇਹ ਨਿਮਰਤਾ ਰੱਖਣੀ ਹੈ। ਖਮਣ ਗੁਣ, ਜਿਹੜਾ ਗੁੱਸੇ ਵਿੱਚ ਪਤੀ ਕੋਈ ਬੋਲ ਪਏ, ਗੁੱਸਾ ਤਾਂ ਬਗਾਨਿਆਂ ਦਾ ਕਰੀਦਾ, ਆਪਣੇ ਤਾਂ ਉਹਨੂੰ ਸਮਝਾਉਂਦੇ ਨੇ ਜਿਹਦੇ ਨਾਲ ਪਿਆਰ ਹੋਵੇ। ਗਲਤੀ ਜਿਹੜਾ ਦੱਸਦਾ ਉਹ ਮਿੱਤਰ ਹੈ। ਤੋ ਇਸ ਵਾਸਤੇ ਜੇ ਕੋਈ ਗੁੱਸੇ ਵਿੱਚ ਬਚਨ ਆਖਿਆ ਗਿਆ ਤਾਂ ਉਹਨੂੰ ਸਹਾਰ ਲੈਣਾ। ਸਹਾਰਨ ਸ਼ਕਤੀ ਵਾਲਾ ਗੁਣ ਧਾਰਨ ਕਰ। ਜੇ ਆਪਾਂ ਜ਼ਬਾਨ ਲੜਾਵਾਂਗੇ, ਬਰਾਬਰ 'ਤੇ ਸਵਾਲ ਜਵਾਬ ਕਰਾਂਗੇ, ਉਹ ਲੜਾਈ ਅੱਗੇ ਦੀ ਅੱਗੇ ਕੱਚੀ ਲੱਸੀ ਤਰ੍ਹਾਂ ਵੱਧਦੀ ਜਾਊਗੀ, ਫਿਰ ਅੱਗੇ ਦੀ ਅੱਗੇ ਤਲਾਕ ਤੱਕ ਕੰਮ ਪਹੁੰਚ ਸਕਦਾ। ਇਸ ਵਾਸਤੇ ਸਹਾਰਨ ਸ਼ਕਤੀ ਹੋਣੀ ਚਾਹੀਦੀ ਹੈ। ਗੁਰੂਆਂ ਦੇ ਵਿੱਚ ਵੀ ਇਹ ਗੁਣ ਦੇਖਿਆ ਗਿਆ, ਕਿਉਂਕਿ ਇੱਥੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਨਹੀਂ ਆਉਣਾ ਹੁੰਦਾ। ਜਿਹੜਾ ਮਰਜ਼ੀ ਜੋ ਮਰਜ਼ੀ ਬੋਲ ਪਏ, ਇਹ ਤਾਂ ਨੇਤੀ ਲੜਾਈ ਹੁੰਦੀ ਹੋਊਗੀ। ਲੜ ਕੇ ਤਾਂ ਆਪਾਂ 1 ਮਿੰਟ 'ਚ ਜਿੱਥੇ ਮਰਜ਼ੀ ਪਹੁੰਚ ਜਾਈਏ। ਰਹਿਣਾ ਹੀ ਔਖਾ ਹੈ ਬਣਾ ਕੇ ਨਿਮਰਤਾ ਦੇ ਵਿੱਚ। ਕਿਸੇ ਦੀ ਕਈ ਗੱਲ ਨੂੰ ਸਹਾਰ ਜਾਣਾ, ਉਹ ਜਣੇ ਫਿਰ ਕੀ ਬੋਲ ਗਿਆ ਤਾਂ ਬੋਲ ਗਿਆ ਸਹੀ। ਖਾ ਪੀ ਕੇ ਉੱਤੋਂ ਦੀ ਪਾਣੀ ਪੀ ਕੇ ਡਕਾਰ ਮਾਰੋ, ਗਾਂਹ ਜਾਓ, ਨਹੀਂ ਤਾਂ ਰਾਤ ਨੂੰ ਸੌਵੋਗੇ ਨਹੀਂ। ਤੋ ਪਹਿਲਾਂ ਗੁੱਸਾ ਗੱਸਾ ਹੁੰਦਾ ਸੀ, ਹੁਣ ਤਾਂ ਸਿਰ ਦੇ ਉੱਪਰ ਦੀ ਲੰਘਦੀਆਂ। ਤੋ ਇਸ ਵਾਸਤੇ ਮਹਾਰਾਜ ਨੂੰ ਜਦ ਗੁਰਤਾ ਗੱਦੀ ਦੀ ਚੋਣ ਕਰਨੀ ਹੁੰਦੀ ਤੇ ਗੁਣ ਜ਼ਰੂਰ ਪਾਤਸ਼ਾਹ ਵੇਖਦੇ। ਕਹੋ ਨਾਨਕ ਅਜਰ ਜਿਨ ਜਰਿਆ ਤਿਸੀ ਹੀ ਕੋ ਬਨ ਆਵਤ। ਜਿਹੜਾ ਜਰਨ ਸ਼ਕਤੀ ਹੈ ਇਹ ਬਹੁਤ ਵੱਡਾ ਗੁਣ ਹੈ ਇਨਸਾਨ ਦੇ ਵਿੱਚ। ਵਿਗਾੜਨ ਨੂੰ 1 ਸਕਿੰਟ ਨਹੀਂ ਲੱਗਦਾ, ਪਰ ਬਣਾਉਣ ਨੂੰ ਸਾਲਾਂ ਸਾਲ ਲੱਗ ਜਾਂਦੇ ਨੇ। ਇਸ ਲਈ ਘੱਟ ਤੋਂ ਘੱਟ ਜੇ ਤੁਹਾਡਾ ਮਨ ਗੁੱਸੇ 'ਚ ਹੈ ਤਾਂ ਜ਼ਬਾਨ ਨਾ ਕਿਸੇ ਨਾਲ ਵਿਗਾੜੋ। ਕਹੀ ਹੋਈ ਗੱਲ ਹਮੇਸ਼ਾ ਯਾਦ ਰਹਿੰਦੀ ਹੈ। ਬੋਲੀ ਤਾਂ ਕਹਿੰਦੇ ਪੱਥਰ ਵੀ ਪਾੜ ਦਿੰਦੀ ਹੈ। ਤੋ ਇਸ ਵਾਸਤੇ ਨਿਮਰਤਾ ਅਤੇ ਸਹਾਰਨ ਸ਼ਕਤੀ ਬਹੁਤ ਵੱਡਾ ਗੁਣ ਹੈ। ਜੇਹਬਾ ਮਣੀਆ ਮੰਤ, ਅਤੇ ਸਭ ਤੋਂ ਸ਼੍ਰੋਮਣੀ ਮੰਤਰ ਕਿਹੜਾ ਹੈ? ਜ਼ਬਾਨ ਦੇ ਨਾਲ ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਜਿਹਬਾ ਮਣੀਆਂ ਮੰਦ, ਇਹ 3 ਭੈਣੇ ਵੇਸ ਕਰ। ਇੱਕ ਤਾਂ ਨਿਉ ਕੇ ਰਹਿਣਾ, ਦੂਜਾ ਸਹਾਰ ਲੈਣਾ ਕਿਸੇ ਦੀ ਕਈ ਗੱਲ ਨੂੰ। ਜਦ ਆਪਦੀ ਚਲਾਉਣੀ ਉਦੋਂ ਆਪਦੀ ਵੀ ਚਲਾ ਸਕਦੇ। ਜਦੋਂ ਦੂਜਾ ਗੁੱਸੇ 'ਚ ਉਦੋਂ ਚੁੱਪ ਕਰ ਜਾਏ। ਜਦੋਂ ਚੁੱਪ ਕਰ ਗਿਆ, ਵੇਖਿਆ ਵੀ ਇਹ ਠੰਡਾ ਹੋ ਗਿਆ, ਫਿਰ ਉਹਨੂੰ ਚੰਗੀ ਤਰ੍ਹਾਂ ਸਮਝਾ ਵੀ ਦੇ ਵੀ ਇੰਝ ਨਹੀਂ ਇੰਝ ਸੀਗਾ। ਆਪਦਾ ਪੱਖ ਹੀ ਪੇਸ਼ ਕਰਨਾ। ਤੋ ਇਸ ਲਈ ਜ਼ਬਾਨ ਦੇ ਨਾਲ ਜੋ ਮਿੱਠਾ ਬਚਨ ਬੋਲਣਾ ਹੈ, ਇਹ ਸਭ ਤੋਂ ਸ਼੍ਰੋਮਣੀ ਮੰਤਰ ਹੈ। ਇਹ 3 ਭੈਣੇ ਵੇਸ ਕਰ। ਇਹ ਮੇਰੀਏ ਭੈਣੇ, ਇਹ ਸਿੱਖਿਆ ਨਹੀਂ ਹੋਣੀ ਚਾਹੀਦੀ ਮਾਵਾਂ ਦੀ, ਭਰਾਵਾਂ ਦੀ।
ਭੈਣ ਛੱਡ ਦੇ ਸਹੁਰਾ ਘਰ ਤੇ ਆ ਜਾ ਤੂੰ ਸਾਡੇ ਘਰ। ਤੇ ਸਭ ਤੋਂ ਜ਼ਿਆਦਾ 100 ਵਿੱਚੋਂ 99 ਤਲਾਕ ਮਾਂ ਦੀ ਵਜ੍ਹਾ ਨਾਲ ਤੇ ਭਰਾਵਾਂ ਦੀ ਵਜ੍ਹਾ ਨਾਲ ਹੁੰਦੇ ਨੇ। ਤੋ ਜੇ ਬੀਬੀਆਂ ਚਾਹੁਣ ਵੀ, ਮੈਂ ਵੇਖਿਆ ਵੀ ਇਹ ਫੈਸਲੇ ਹੁੰਦੇ, ਬੀਬੀ ਦਾ ਮਨ ਹੁੰਦਾ, ਜਿੱਥੇ ਬੰਦਾ ਸਾਲਾਂ ਸਾਲ ਰਿਹਾ ਹੋਏ ਕੁਛ ਨਾ ਕੁਛ ਤਾਂ ਮਨ ਹੁੰਦਾ, ਤੇ ਪਰ ਮਾਂ ਤੇ ਭਰਾ ਪੇਸ਼ ਨਹੀਂ ਜਾਣ ਦਿੰਦੇ, ਰਿਸ਼ਤੇਦਾਰ ਜੋ ਦਾਦੀਆਂ ਪੁਰਾਣੀਆਂ। ਤੋ ਇਸ ਵਾਸਤੇ ਮੈਨੂੰ ਮਾਫ਼ ਕਰਨਾ, ਇਹ ਸਭ ਕੁਛ ਦੁਨੀਆ ਦੇ ਵਿੱਚ ਵਾਪਰਦਾ ਹੈ। ਆਪਾਂ ਬਾਣੀ ਪੜ੍ਹਦੇ ਨਹੀਂ, ਸੁਣਦੇ ਨਹੀਂ। ਜੇ ਪੜ੍ਹੀਏ ਸੁਣੀਏ, ਸਾਡਾ ਸਮਾਜਿਕ ਜੋ ਕਾਰ ਵਿਹਾਰ ਹੈ, ਦੁਨਿਆਵੀ ਜੋ ਗ੍ਰਸਤਪੁਣੇ ਦਾ ਕਾਰਜ ਵੀ ਸਿੱਧ ਹੁੰਦਾ ਹੈ। ਜੇ ਸਾਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਮੰਨ ਲਏ, ਮਹਾਰਾਜ ਨੂੰ ਗੁਰੂ ਧਾਰਨ ਕਰ ਲਏ, ਤਾਂ ਜਿਹੜਾ ਸਾਧ ਸੰਗਤ ਜੀ ਉਹ ਵੱਡ ਵਾਰ ਹੋਣ ਵਾਲੀ ਹੈ, ਇਹ ਬੰਦ ਹੋ ਸਕਦੀ ਹੈ। ਯੁੱਧ ਨਹੀਂ ਹੋਵੇਗਾ, ਕਿਸੇ ਘਰ 'ਚ ਲੜਾਈ ਨਹੀਂ ਹੋਏਗੀ, ਸ਼ਾਂਤੀ ਹੋ ਜਾਏਗੀ। ਪਰ ਆਪਾਂ ਬਾਬੇ ਫਰੀਦ ਨੂੰ ਕਦੀ ਪੜ੍ਹਿਆ ਸੁਣਿਆ ਨਹੀਂ। ਇਹ ਤੇਰੇ ਭੈਣੇ ਵੇਸ ਕਰ, ਮੇਰੀਏ ਭੈਣੇ ਤੂੰ ਆਪਦੇ ਘਰ ਸਹੁਰੇ ਘਰ ਰਹਿ, ਇਹ 3 ਗੱਲਾਂ ਧਾਰਨ ਕਰ ਲਾ, ਤਾਂ ਵਸਿਆ ਵੀ ਕੰਤ, ਤਾਂ ਤੇਰਾ ਪਤੀ ਤੇਰੇ ਅਧੀਨ, ਤੇਰੇ ਵਸੀਕਾਰ ਹੋ ਜਾਏਗਾ। ਮਤਲਬ ਕਹਿਣ ਦਾ ਕਿ ਸਹਿਮਤੀ ਪ੍ਰਗਟਾਏਗਾ। ਇਸ ਲਈ ਪਾਤਸ਼ਾਹ ਬਾਬਾ ਫਰੀਦ ਸਾਹਿਬ ਜੀ ਉਹਦੇ ਮੁਤਾਬਕ ਇਹ ਗੁਰੂ ਰਾਮਦਾਸ ਮਹਾਰਾਜ ਜੀ ਇਸੇ ਪ੍ਰਕਰਨ ਜੀ ਦੱਸ ਰਹੇ ਹਨ। ਚੱਲ ਚੱਲ ਚਾਲ ਚੱਲ ਸਖੀ ਹਮ ਪ੍ਰਭ ਪਰ ਬੋਧਾ ਹੈ। ਆ ਸਖੀ ਆ ਮੇਰੀਏ ਭੈਣੇ, ਮੈਂ ਤੈਨੂੰ ਗੁਰਦੁਆਰੇ ਲੈ ਕੇ ਜਾਵਾਂ। ਪਖੰਡੀ ਸਾਧਾਂ ਦੇ ਕੋਲ ਜਾ ਕੇ ਤਾਂ ਮਨ ਵਿਗੜਦਾ ਹੈ, ਜੀਵਨ ਵਿਗੜ ਜਾਂਦਾ ਹੈ। ਲੋਕ ਤਾਂ ਮਜਬੂਰੀ ਦਾ ਫਾਇਦਾ ਉਠਾ ਕੇ ਘਰ ਬਾਹਰ ਲੁੱਟ ਲੈਂਦੇ ਨੇ। ਕਿਤੇ ਜਾਦੂ ਟੂਣੇ ਵਾਲੇ ਪਾਸੇ ਨਾ, ਪੁੱਠੇ ਪਾਸੇ ਨਾ ਚੱਲ ਪਈ ਮੇਰੀਏ ਭੈਣੇ, ਚੱਲ ਚੱਲ ਮੈਂ ਤੈਨੂੰ ਗੁਰਦੁਆਰੇ ਲੈ ਕੇ ਜਾਵਾਂ, ਜਿੱਥੇ ਪ੍ਰਭੂ ਦੀ ਪ੍ਰਾਪਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਕਿ ਜਿਵੇਂ ਸੋ ਇਹ ਤਾਂ ਦੁਨਿਆਵੀ ਸਿੱਖਿਆ ਪਤੀ ਦੀ, ਅਸਲ 'ਚ ਵਾਹਿਗੁਰੂ ਪਤੀ ਹੈ। ਅਤੇ ਉਹ ਕਿਹੜੇ ਗੁਣਾਂ ਨਾਲ ਵਸ 'ਚ ਆਉਂਦਾ, ਕਿਹੜੇ ਟੂਣੇ ਨਾਲ ਵਸ 'ਚ ਆਉਂਦਾ ਹੈ। ਗੁਣ ਕਾ ਮਨ ਕਰ ਹਰ ਪ੍ਰਭ ਲਹੀਆ। ਜਿਹੜਾ ਹਰੀ ਪਤੀ ਹੈ, ਇਹ ਸ਼ੁਭ ਗੁਣਾਂ ਦੇ ਟੂਣੇ ਨਾਲ ਵਸ ਵਿੱਚ ਆਉਂਦਾ ਹੈ। ਸ਼ੁਭ ਗੁਣਾਂ ਦਾ ਟੂਣਾ ਇਹੀ ਹੈ ਕਿ ਨਿਮਨ ਸੁਅੱਖਰ ਖਮਣ ਗੁਣ, ਜੇਬਾ ਮਣੀਆਂ ਮੰਦ, ਇਹ ਤੇਰੇ ਭੈਣੇ ਵੇਸ ਕਰ, ਤਾਂ ਵਸਿਆ ਵੀ ਕੰਦ। ਸੋ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਵੀ ਇਹਨਾਂ ਗੁਣਾਂ ਦੇ ਨਾਲ ਹੁੰਦੀ ਹੈ। ਭਗਤ ਵਛਲ ਆਕੋ ਨਾਮ ਕਹੀਅਤ ਹੈ। ਇਹ ਮੇਰੀਏ ਭੈਣੇ, ਇਹ ਸਖੀਏ, ਉਸ ਪਰਮਾਤਮਾ ਦਾ ਜਿਹੜਾ ਨਾਮ ਹੈ, ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਨ ਵਾਲਾ ਆਖੀਦਾ ਹੈ। ਜਿਹੜੇ ਭਗਤੀ ਕਰਦੇ ਨੇ, ਵਾਹਿਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ। ਸਾਰਨ ਪ੍ਰਭੂ ਤਿਸਾ ਪਾਛੈ ਪਈਆ। ਇਸ ਲਈ ਜੋ ਸੰਤ ਜਨ ਉਸ ਪ੍ਰਭੂ ਪਤੀ ਦੀ ਓਟ ਵਿੱਚ ਪਏ ਨੇ, ਮੈਂ ਉਹਨਾਂ ਦੇ ਪਿੱਛੇ, ਭਾਵ ਉਹਨਾਂ ਦੀ ਸ਼ਰਨ 'ਚ ਪਈ ਹਾਂ, ਜਾਂ ਉਹਨਾਂ ਦੀ ਸ਼ਰਨ ਦੇ ਪਿੱਛੇ ਪੈਣਾ ਕਰੀਏ। ਖਿਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ। ਜੇਕਰ ਖਿਮਾ ਰੂਪੀ ਸ਼ਿੰਗਾਰ ਕਰੇ, ਤਦੋਂ ਪਰਮਾਤਮਾ ਪਤੀ ਦੀ ਖੁਸ਼ੀ ਹੁੰਦੀ ਹੈ। ਮਨ ਦੀਪਕਾ ਗੁਰ ਗਿਆਨ ਬਲਈਆ। ਅਤੇ ਮਨ ਹਿਰਦੇ ਵਿੱਚ ਗੁਰਾਂ ਦਾ ਗਿਆਨ ਰੂਪੀ ਦੀਵਾ ਬਲ ਜਾਂਦਾ, ਪ੍ਰਕਾਸ਼ ਹੋ ਆਉਂਦਾ ਹੈ। ਰਸ ਰਸ ਭੋਗ ਕਰੇ ਪ੍ਰਭ ਮੇਰਾ। ਫਿਰ ਮੇਰਾ ਪਰਮਾਤਮਾ ਪ੍ਰੇਮ ਰੂਪ ਤਦਾਕਾਰ ਹੋ ਕੇ ਆਨੰਦ ਦੇਣਾ ਕਰਦਾ ਹੈ। ਹਮ ਤਿਸ ਆਗੈ ਜੀਉ ਕਟ ਕਟ ਪਈਆ। ਫਿਰ ਮੈਂ ਉਸ ਪ੍ਰਭੂ ਦੇ ਅੱਗੇ ਆਪਣੀ ਜ਼ਿੰਦਗੀ ਹੀ ਕੱਟ ਕੱਟ ਕੇ ਪੈਂਦੀ ਹਾਂ। ਭਾਵ ਸੂਖਮ ਅਸਤੂਲ ਦੇਹ ਦੀ ਮਾਂ ਨੂੰ ਮੇਟ ਕੇ ਨਿਮਰਤਾ ਦੇ ਸਹਿਤ ਉਸ ਦੇ ਚਰਨੀ ਲੱਗਦੀ ਹਾਂ। ਹਰ 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 ਕੰਠ ਹੈ ਬਣਿਆ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਕਹਿ ਤਾਈ। ਇਹ ਸਖੀ, ਹਰ ਹਰ ਨਾਮ ਉਚਾਰਨ ਰੂਪ ਗਲੇ 'ਚ ਹਾਰ ਬਣਿਆ ਹੋਇਆ ਹੈ। ਮਨ ਮੋਤੀ ਚੂਰਾ ਵੱਡ ਗਹਨ ਗਹਨਈਆ। ਹਰ ਜੋ ਮਨ ਦਾ ਮਾਨ ਮੇਟ ਕੇ ਸ਼ੁੱਧ ਕਰ ਲੈਣਾ ਹੈ, ਇਹ ਗਿਆਨੀਆਂ ਵਿੱਚੋਂ
ਸਿਰ ਤੇ ਪਹਿਰਨ ਦਾ ਵੱਡਾ ਗਹਿਣਾ ਹੈ, ਜਾਂ ਜਿਸ ਮਨ ਦਾ ਪਕੜਨਾ ਕਠਿਨ ਹੈ, ਉਹਦੀ ਅਭਿਮਾਨ ਨੂੰ ਮੋਤੀ ਦੀ ਤਰ੍ਹਾਂ ਵੈਰਾਗ ਧਾਰਨ ਕਰਕੇ ਚੂਰ ਚੂਰ ਕਰ ਦਈਦਾ ਹੈ। ਹਰ ਹਰ ਸ਼ਰਦਾ ਸੇਜ ਵਿਛਾਈ, ਮੈਂ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਦੀ ਜਾਂ ਪ੍ਰਭੂ ਦੀ ਪ੍ਰਾਪਤੀ ਵਾਸਤੇ ਸਰਦਾ ਸੇਜ ਵਿਛਾਈ, ਸ਼ਰਧਾ ਰੂਪੀ ਸੇਜਾ ਵਿਛਾਉਣਾ ਕੀਤੀ ਹੈ। ਪ੍ਰਭ ਛੋੜ ਨ ਸਕੈ ਬਹੁਤ ਮਨ ਭਈਆ, ਹੁਣ ਮੈਂ ਪ੍ਰਭੂ ਪ੍ਰਤੀ ਨੂੰ ਛੱਡ ਨਹੀਂ ਸਕਦੀ, ਕਿਉਂਕਿ ਹਰੀ ਮੇਰੇ ਮਨ ਵਿੱਚ ਬਹੁਤ ਚੰਗਾ ਲੱਗਿਆ ਹੈ। ਕਹੈ ਪ੍ਰਭ ਅਵਰ ਅਵਰ ਕਿਛ ਕੀਜੈ, ਪਰਮਾਤਮਾ ਪਤੀ ਕਹਿੰਦਾ ਕੁਝ ਹੋਰ ਹੈ, ਪਰ ਜੀਵ ਕੁਝ ਹੋਰ ਹੀ ਕਰਦੇ ਪਏ ਹਨ। ਭਾਵ ਪ੍ਰਭੂ ਗੁਨਾਹਾਂ ਨੂੰ ਤਿਆਗਣ ਵਾਸਤੇ ਆਂਦਾ ਹੈ, ਪਰ ਜੀਵ ਗੁਨਾਹਾਂ ਦੇ ਵਿੱਚ ਗਰਸੀ ਜਾ ਰਿਹਾ ਹੈ। ਆਪਾਂ ਸਹੁੰ ਹੀ ਪਾਈ ਹੋਈ ਹੈ ਵੀ ਆਖੇ ਨਹੀਂ ਲੱਗਾ। ਸਭ ਬਾਦ ਸੀਗਾਰ ਫੋਕਟ ਫੋਕਟਈਆ, ਸਾਰੇ ਜਪ ਤਪ ਆਦਿਕ ਸਾਧਨਾ ਰੂਪ ਸ਼ਿੰਗਾਰ ਵਿਅਰਥ ਨੇ, ਨਿਸਫਲ ਨੇ, ਉਹਦੇ ਕਰਮ ਵੀ ਨਿਸਫਲ ਨੇ, ਸਰੀਰ ਵੀ ਫੋਕਟ ਨਿਸਫਲ ਹੀ ਹੈ। ਜਹੇ ਆਏ ਜਹੇ ਨਾ ਆਏ, ਕਹੇ ਨਾਨਕ ਇਹੋ ਸਰੀਰ ਪ੍ਰਮਾਣ ਹੋਆ। ਮਹਾਰਾਜ ਕਹਿੰਦੇ ਨੇ, ਇਹ ਸਰੀਰਾ ਮੇਰੇ ਇਸ ਜਗ ਮੇਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੇਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਹਰ ਸੇਤੀ ਚਿਤ ਲਾਇਆ। ਇਹ ਸਰੀਰ ਦੀ ਸਫਲਤਾ ਵਾਹਿਗੁਰੂ ਦੇ ਪਿਆਰ ਦੇ ਨਾਲ ਹੈ, ਨਹੀਂ ਤਾਂ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤਨ ਬਿਰੂ ਨਾ ਉਪਜੈ ਸੋ ਤਨ ਜਾਣ ਮਸਾਨ। ਮਸਾਨ ਭੂਮੀ ਜਾਊਗਾ। ਜਿੰਨਾ ਜਪ ਤਪ ਸਾਧਨਾ ਦਾ ਸ਼ਿੰਗਾਰ ਹੈ ਬਿਲਕੁਲ ਵਿਅਰਥ ਹੈ ਜੀ ਪਿਆਰ ਨਹੀਂ ਹੈ। ਸਾਚ ਕਹੂੰ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕੀਓ ਸਿਗਾਰ ਮਿਲਣ ਕੈ ਤਾਈ। ਇਹ ਸਖੀ ਪ੍ਰਭੂ ਪਤੀ ਨਾਲ ਮਿਲਣ ਦੇ ਵਾਸਤੇ ਸਾਧਨਾ ਰੂਪੀ ਜਪ ਤਪ ਰੂਪੀ ਸ਼ਿੰਗਾਰ ਕੀਤਾ ਤਾਂ ਹੈ, ਪਰ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ। ਰੱਬ ਨੂੰ ਸ਼ਿੰਗਾਰ ਨਹੀਂ ਚਾਹੀਦਾ, ਉਹਨੂੰ ਤਾਂ ਗੁਣ ਚਾਹੀਦੇ ਨੇ ਜੋ ਮਹਾਤਮਾ ਵਿੱਚ ਹਨ। ਉਹ ਮਹਾਤਮਾ ਰੂਪ ਸੁਹਾਗਵੰਤੀਆਂ ਨੇ ਹੀ ਪਰਮੇਸ਼ਰ ਪ੍ਰਤੀ ਨੂੰ ਲੈਣਾ ਕੀਤਾ ਹੈ ਜਾਂ ਉਹਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਤੇ ਮਨਮੁਖ ਰੂਪ ਦੁਹਾਗਣਾ ਦੇ ਮੂੰਹ ਦੇ ਉੱਪਰ ਲਾਹਣਤਾ ਰੂਪੀ ਥੁੱਕ ਹੀ ਪੈਂਦਾ ਹੈ। ਦਿਨ ਰਾਤ ਉਹਨਾਂ ਨੂੰ ਲਾਹਣਤਾਂ ਪੈਂਦੀਆਂ ਨੇ। ਇਸ ਲਈ ਬੇਨਤੀਆਂ ਕਰੀਏ ਆਪਣਾ ਆਪ ਬਖਸ਼ਾਉਣ ਲਈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਈਏ, ਆਖੀਏ ਹਮ ਚੇਰੀ ਤੂੰ ਅਗਮ ਗੋਸਾਈ। ਇਹ ਪ੍ਰਮਾਤਮਾ ਅਸੀਂ ਤੇਰੀਆਂ ਦਾਸੀਆਂ ਦੀ ਨਿਆਈ ਹਾਂ ਤੇ ਤੂੰ ਗਮਤਾ ਤੂੰ ਰਹਿਤ ਸਾਡਾ ਮਾਲਕ ਹੈ। ਕਿਆ ਹਮ ਕਰ ਹੈ ਤੇਰੇ ਵਸ ਪਈਆ। ਅਸੀਂ ਕੀ ਕਰ ਸਕਦੀਆਂ, ਅਸੀਂ ਤਾਂ ਤੇਰੇ ਅਧੀਨ ਹੋਈਆਂ ਪਈਆਂ ਹਾਂ। ਦਇਆ ਦੀਨ ਕਰਹੂ ਰਖ ਲੇਵੋ। ਇਹ ਪ੍ਰਮਾਤਮਾ ਮੈਂ ਗਰੀਬ ਹਾਂ ਤੇ ਮੇਰੇ ਤੇ ਆਪ ਦੀ ਮਿਹਰ ਦਇਆ ਕਰੋ ਤੇ ਸੰਸਾਰ ਸਮੁੰਦਰ 'ਚ ਡੁੱਬਣ ਤੋਂ ਬਚਾ ਕੇ ਸਾਨੂੰ ਰੱਖ ਲਵੋ ਜੀ। ਰੱਖੋ ਰੱਖੋ ਕਿਰਪਾ ਧਾਰ ਤੇਰੀ ਸਰਨ ਤੇਰਾ ਦਰਬਾਰ। ਜਿਉ ਭਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਨਾਨਕ ਹਰ ਗੁਰ ਸਰਨ ਸਮਈਆ। ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਕਿ ਵੱਡੇ ਪ੍ਰਭੂ ਹੇ ਹਰੀ ਤੇਰੇ ਸਰੂਪ ਗੁਰੂ ਜੀ ਦੀ ਓਟ ਦੇ ਵਿੱਚ ਅਸੀਂ ਸਮਾਏ ਹੋਏ ਹਾਂ। ਭਾਵ ਮਹਾਰਾਜ ਜੀ ਦੀ ਓਟ ਦੇ ਵਿੱਚ ਪੈਣ ਦੀ ਆਗਿਆ ਹੈ। ਤੇਰੀ ਸਰਨ ਮੇਰੇ ਦੀਨ ਦਇਆਲਾ। ਤੇਰੀ ਓਟ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਇਹ ਮਹਾਰਾਜ ਕਿਰਪਾ ਕਰੋ, ਰੱਖੋ ਸਰਮ ਅਸਾੜੀ ਜੀਓ। ਸਾਨੂੰ ਆਪ ਦੀ ਸ਼ਰਨ 'ਚ ਰੱਖਣਾ ਕਰੋ ਜੀ। ਸਾਨੂੰ ਤਾਂ ਤੇਰੀ ਹੀ ਓਟ ਹੈ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਇਉਂ ਅੰਮ੍ਰਿਤ ਵੇਲੇ ਗੁਰੂ ਘਰ ਆਈਏ
ਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ।